ਐਮਏ ਭਾਗ ਪਹਿਲਾ ਸਾਹਿਤ ਆਲੋਚਨਾ ਦੇ ਸਿਧਾਂਤ। ਉਹਦੇ ਵਿੱਚ ਟੌਪਿਕ ਹੈ ਕਾਵ ਦੇ ਪ੍ਰਯੋਜਨ। ਪ੍ਰਯੋਜਨ ਤੋਂ ਭਾਵ ਹੈ ਕਾਵ ਦਾ ਉਦੇਸ਼ ਕੀ ਹੈ, ਕਾਵ ਦਾ ਮੰਤਵ ਕੀ ਹੈ, ਕਾਵ ਕਿਸ ਲਈ ਲਿਖਿਆ ਜਾਂਦਾ ਹੈ, ਮਨੁੱਖਾਂ ਦੇ ਲਈ ਕੀ ਕੰਮ ਆਉਂਦਾ ਹੈ, ਕਿਉਂ ਪੜ੍ਹਿਆ ਜਾਵੇ, ਕਾਵ ਦਾ ਮੰਤਵ ਕੀ ਹੈ, ਕਾਵ ਦਾ ਉਦੇਸ਼ ਕੀ ਹੈ। ਇਹ ਜਿਹੜਾ ਹੈ ਟੌਪਿਕ ਹੈ। ਨਾਲ ਨਾਲ ਪੜਾਂਗੇ ਜਿਹੜੀ ਆਪਾਂ ਨੂੰ ਬੁੱਕ ਲੱਗੀ ਹੋਈ ਹੈ, ਜਿੰਨੇ ਪੰਨੇ ਤੱਕ ਹੈ ਉਹੀ ਆਪਾਂ ਕੋਟ ਇਹਦੇ ਵਿੱਚ ਕਰਾਂਗੇ। ਕਾਵ ਦੇ ਪ੍ਰਯੋਜਨ ਦੇ ਵਿੱਚ ਡਿਸਕਸ਼ਨ ਕਰਦੇ ਨੇ ਕਿ ਆਦਿ ਸਮੇਂ ਤੋਂ ਹੀ ਮਨੁੱਖ ਦਾ ਸਹਿਜ ਸੁਭਾਅ ਰਿਹਾ ਹੈ, ਸ਼ੁਰੂ ਤੋਂ ਹੀ ਮਨੁੱਖ ਦਾ ਸੁਭਾਅ ਰਿਹਾ ਹੈ ਕਿ ਉਹ ਕਿਸੇ ਵਿਸ਼ੇਸ਼ ਪ੍ਰਯੋਜਨ, ਉਦੇਸ਼ ਜਾਂ ਲਾਭ ਪ੍ਰਾਪਤੀ ਤੋਂ ਬਿਨਾਂ, ਜਿਸ ਚੀਜ਼ ਤੋਂ ਉਹਨੂੰ ਕੋਈ ਫਾਇਦਾ ਨਾ ਹੋਵੇ, ਕੋਈ ਉਹਦਾ ਮੰਤਵ ਨਾ ਹੋਵੇ, ਕਿਸੇ ਵੀ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ। ਤੇ ਸੇਮ ਹੀ ਹੈ ਕਿ ਉਹ ਕਾਵ ਦੀ ਸਿਰਜਣਾ, ਕਾਵ ਨੂੰ ਪੜ੍ਹੇ, ਜਿਵੇਂ ਆਪਾਂ ਕਹਿੰਦੇ ਕਿ ਸਾਹਿਤ ਕਿਉਂ ਲਿਖਿਆ ਜਾਵੇ, ਕਿਉਂ ਲਿਖਦਾ ਹੈ ਜਿਹੜਾ ਲੇਖਕ ਹੈ, ਉਹਨੂੰ ਕੀ ਮਿਲਦਾ ਲਿਖ ਕੇ, ਜਾਂ ਜੇ ਕੋਈ ਸਾਹਿਤ ਪੜ੍ਹਦਾ ਹੈ ਤਾਂ ਉਹਨੂੰ ਪੜ੍ਹ ਕੇ ਕੀ ਮਿਲਦਾ ਹੈ। ਤਾਂ ਇਹ ਡਿਸਕਸ਼ਨ ਸਾਡੇ ਪੁਰਾਣੇ ਵਿਦਵਾਨਾਂ ਨੇ ਆਪੋ ਆਪਣੇ ਗ੍ਰੰਥਾਂ ਦੇ ਵਿੱਚ ਕਰੀ ਹੋਈ ਹੈ। ਉਹ ਕਹਿੰਦੇ ਨੇ ਕਿ ਮਨੁੱਖ ਦਾ ਸੁਭਾਅ ਹੀ ਹੈ ਕਿ ਉਹ ਬਿਨਾਂ ਕਿਸੇ ਮਤਲਬ ਤੋਂ, ਬਿਨਾਂ ਕਿਸੇ ਲਾਭ ਪ੍ਰਾਪਤੀ ਤੋਂ, ਬਿਨਾਂ ਕਿਸੇ ਉਦੇਸ਼ ਤੋਂ ਕੋਈ ਵੀ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ। ਤਾਂ ਫਿਰ ਕਾਵ ਨੂੰ ਲਿਖੇ ਜਾਂ ਪੜ੍ਹੇ ਕਿਉਂ? ਹੋਰ ਤਾਂ ਹੋਰ ਕਹਿੰਦੇ ਮੂਰਖ ਦੀ ਪ੍ਰਵਿਰਤੀ ਵੀ ਬਿਨਾਂ ਕਿਸੇ ਉਦੇਸ਼ ਤੋਂ ਨਹੀਂ ਹੁੰਦੀ। ਜੇਕਰ ਆਪਾਂ ਕਹਿੰਦੇ ਕਿ ਕਿਸੇ ਬੰਦੇ ਦੀ ਬੁੱਧੀ ਘੱਟ ਹੈ, ਉਹ ਮੂਰਖ ਹੈ, ਫਿਰ ਵੀ ਉਹ ਜੋ ਵੀ ਗਤੀਵਿਧੀਆਂ ਕਰਦਾ ਉਹਨਾਂ ਦਾ ਕੋਈ ਨਾ ਕੋਈ ਮਕਸਦ ਹੁੰਦਾ, ਕੋਈ ਨਾ ਕੋਈ ਪਰਪਸ ਹੁੰਦਾ। ਇਸ ਲਈ ਕਾਵ ਲਿਖਣ ਦਾ ਵੀ ਕੋਈ ਨਾ ਕੋਈ ਪ੍ਰਯੋਜਨ ਅਥਵਾ ਮਨੋਰਥ ਜ਼ਰੂਰ ਹੋਣਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਸੰਸਕ੍ਰਿਤ ਦੇ ਸ਼ਾਸਤਰਕਾਰਾਂ ਨੇ ਅਤੇ ਆਚਾਰਿਆਂ ਨੇ ਹਰੇਕ ਸ਼ਾਸਤਰ, ਹਰੇਕ ਕਾਵ ਕਿਰਤ ਜਾਂ ਰਚਨਾ ਦੇ ਅਧਿਕਾਰੀ, ਵਿਸ਼ੇ, ਸੰਬੰਧ, ਪ੍ਰਯੋਜਨ 4 ਅਨੁਬੰਧ ਸਵੀਕਾਰ ਕਰੇ ਨੇ। ਇਹਨਾਂ ਬਾਰੇ ਇਹ ਜ਼ਰੂਰੀ ਤੱਤ ਨੇ ਕਿ ਕਾਵ ਦਾ ਜਿਹੜਾ ਹੈ ਅਧਿਕਾਰੀ ਕੌਣ ਹੋ ਸਕਦਾ ਹੈ, ਲਿਖਣ ਦਾ, ਪੜ੍ਹਨ ਦਾ, ਸੁਣਨ ਦਾ, ਉਹਦੇ ਵਿਸ਼ੇ ਕੀ ਹੋ ਸਕਦੇ ਨੇ, ਉਹਦਾ ਕੀ ਸੰਬੰਧ ਹੈ ਤੇ ਉਹਦੇ ਮੰਤਵ ਕੀ ਨੇ। ਇਹਨਾਂ ਬਾਰੇ ਹਰੇਕ ਜਿਹੜਾ ਲਾ ਲਓ ਕਿ ਸ਼ਾਸਤਰਕਾਰ ਹੈ ਜਾਂ ਆਚਾਰਿਆ ਹੈ ਜਾਂ ਵਿਦਵਾਨ ਹੈ ਭਾਰਤੀ ਪਰੰਪਰਾ ਦੇ ਵਿੱਚ, ਭਾਰਤੀ ਕਾਵ ਸ਼ਾਸਤਰ ਦੇ ਵਿੱਚ, ਉਹ ਡਿਸਕਸ਼ਨ ਇਹਦੇ ਬਾਰੇ ਕਰਦਾ ਹੈ। ਕਾਵ ਸ਼ਾਸਤਰ ਦੇ ਮੂਲ ਤੱਤਾਂ ਨੂੰ ਜਾਣਨ ਦੇ ਚਾਹਵਾਨ ਮਨੁੱਖ ਅਧਿਕਾਰੀ ਮੰਨੇ ਨੇ। ਰਚਨਾ ਵਿੱਚ ਬਿਆਨ ਕੀਤੀ ਜਾਣ ਵਾਲੀ ਸਮੱਗਰੀ ਵਿਸ਼ੇ ਅਤੇ ਪ੍ਰਯੋਜਨ ਦੇ ਕਾਰਜ ਅਤੇ ਕਾਰਨ, ਕਿਉਂ ਕਰਿਆ ਜਾਵੇ, ਕੀ ਕਰਿਆ ਜਾਵੇ, ਕਿਉਂ ਕਰਿਆ ਜਾਵੇ, ਉਹਨਾਂ ਦਾ ਕੀ ਸੰਬੰਧ ਹੈ, ਕੀ ਤੇ ਕਿਉਂ ਦਾ ਆਪਸ ਵਿੱਚ ਕੀ ਸੰਬੰਧ ਹੈ, ਅਤੇ ਕਾਵ ਜਾਂ ਰਚਨਾ ਨੂੰ ਲਿਖਣ ਜਾਂ ਪੜ੍ਹਨ ਤੋਂ ਹੋਣ ਵਾਲੀ ਪ੍ਰਾਪਤੀ, ਇਹ ਪ੍ਰਯੋਜਨ ਨੇ ਸਾਰੇ। ਤਾਂ ਇਹਨਾਂ ਬਾਰੇ 4 ਅਨੁਬੰਧਾਂ ਬਾਰੇ ਅਧਿਕਾਰੀ, ਵਿਸ਼ੇ, ਸੰਬੰਧ ਅਤੇ ਪ੍ਰਯੋਜਨ, ਇਹਨਾਂ ਬਾਰੇ ਜਿਹੜੀ ਹੈ ਉਹ ਆਚਾਰਿਆ ਲੋਕ ਆਪਣੇ ਗ੍ਰੰਥਾਂ ਦੇ ਵਿੱਚ ਚਰਚਾ ਕਰਦੇ ਨੇ। ਸੋ ਹਰੇਕ ਭਾਸ਼ਾ ਦੇ ਸਾਹਿਤਕਾਰ ਦਾ ਹਰ ਰਚਨਾ, ਹਰ ਕਿਰਤ, ਹਰ ਸ਼ਾਸਤਰ, ਹਰ ਗ੍ਰੰਥ ਨੂੰ ਲਿਖਣ ਦਾ ਕੋਈ ਨਾ ਕੋਈ ਤਾਂ ਮੰਤਵ ਜਾਂ ਪ੍ਰਯੋਜਨ ਜਾਂ ਉਦੇਸ਼ ਜਿਹੜਾ ਹੈ ਉਹ ਜ਼ਰੂਰ ਹੁੰਦਾ ਹੈ। ਇਸ ਭਾਵ ਨੂੰ ਅੱਜ ਵੀ ਨਕਾਰਿਆ ਨਹੀਂ ਜਾ ਸਕਦਾ। ਅੱਜ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੁਝ ਕਰਦੇ ਹਾਂ, ਹਰ ਕੰਮ ਕਰਨ ਪਿੱਛੇ, ਹਰ ਕਿਰਿਆ ਕਰਨ ਪਿੱਛੇ ਕੋਈ ਨਾ ਕੋਈ ਮੰਤਵ ਹੁੰਦਾ ਹੈ। ਤਾਂ ਮੰਤਵ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ, ਤੇ ਫਿਰ ਕਾਵ ਜਿਹੜਾ ਹੈ ਮੰਤਵ ਤੋਂ ਬਿਨਾਂ ਕਿਵੇਂ ਹੋ ਸਕਦਾ ਹੈ? ਤਾਂ ਇਹਦੇ ਲਈ ਮੰਤਵ ਲਈ, ਉਦੇਸ਼ ਲਈ ਸ਼ਬਦ ਜਿਹੜਾ ਹੈ ਭਾਰਤੀ ਕਾਵ ਸ਼ਾਸਤਰ ਦੇ ਵਿੱਚ ਵਰਤਿਆ ਜਾ ਰਿਹਾ ਹੈ ਪ੍ਰਯੋਜਨ। ਕਿ ਅਸੀਂ ਕਿਉਂ ਕਾਵ ਸਿਰਜਦਾ ਹੈ ਕਵੀ, ਜਾਂ ਅਸੀਂ ਕਿਉਂ ਜਿਹੜਾ ਹੈ ਕਾਵ ਪੜ੍ਹੀਏ, ਜਿਹੜਾ ਸਰੋਤਾ ਹੈ ਉਹ ਕਿਉਂ ਸੁਣੇ, ਜਾਂ ਜਿਹੜਾ ਪਾਠਕ ਹੈ ਉਹ ਕਿਉਂ ਪੜ੍ਹੇ, ਇਹਦੇ ਬਾਰੇ ਜਿਹੜੀ ਹੈ ਉਹ ਚਰਚਾ ਕਰਦੇ ਨੇ। ਸੰਸਕ੍ਰਿਤ ਦੇ ਅਨੇਕ ਕਾਵ ਸ਼ਾਸਤਰੀ ਆਚਾਰਿਆ ਨੇ ਆਪੋ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਅਲੱਗ-ਅਲੱਗ ਕਿਸਮ ਦੇ ਕਾਵ ਪ੍ਰਯੋਜਨਾਂ ਬਾਰੇ ਉਹ ਚਰਚਾ ਕੀਤੀ ਹੈ ਉਹਨਾਂ ਨੇ। ਹੁਣ ਇਹਦੇ ਵਿੱਚ ਅਸੀਂ ਅੱਗੇ ਜਿਹੜਾ ਹੈ ਘੱਟੋ ਘੱਟ 8-10 ਜਿਹੜੇ ਸਾਡੇ ਆਚਾਰਿਆ ਲੋਕ ਨੇ, ਉਹਨਾਂ ਦੇ ਵਿਚਾਰ ਜਾਂ ਉਹਨਾਂ ਦੇ ਗ੍ਰੰਥਾਂ ਦੇ ਵੇਰਵੇ ਦੇ ਆਧਾਰ ਤੇ ਕਿ ਉਹ ਕਾਵ ਦਾ ਪ੍ਰਯੋਜਨ ਕਿਸ ਚੀਜ਼ ਨੂੰ ਮੰਨਦੇ ਨੇ, ਇਹ ਜਿਹੜਾ ਆਪਾਂ ਨੇ ਇਸ ਟੌਪਿਕ ਦੇ ਵਿੱਚ ਕੋਟ ਕਰਨਾ ਹੈ। ਸੰਸਕ੍ਰਿਤ ਕਾਵ ਸ਼ਾਸਤਰ ਦੇ ਅਨੇਕ ਕੁੰਤਕ, ਰਾਮਚੰਦਰ, ਗੁਣਚੰਦਰ ਆਦਿ ਆਚਾਰਿਆ ਲੋਕ ਜਿਹੜੇ ਨੇ ਉਹ ਚਤੁਰਵਰਗ ਨੂੰ ਮੰਨਦੇ ਨੇ ਕਿ ਉਹ ਕਾਵ ਦਾ ਪ੍ਰਯੋਜਨ ਹੈ। ਹੁਣ ਇਸ ਚਤੁਰਵਰਗ ਦੇ ਵਿੱਚ ਕੀ ਆ ਜਾਂਦਾ ਹੈ? ਇਸ ਚਤੁਰਵਰਗ ਦੇ ਵਿੱਚ ਧਰਮ, ਅਰਥ, ਕਾਮ, ਮੋਕਸ਼ ਆ ਜਾਂਦਾ ਹੈ। ਇਹ 4 ਵਰਗਾਂ ਨੂੰ ਚਤੁਰਵਰਗ ਦੇ ਵਿੱਚ ਰੱਖਿਆ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਕਾਵ ਸਿਰਜਣ ਨਾਲ, ਕਾਵ ਪੜ੍ਹਨ ਨਾਲ ਧਰਮ, ਅਰਥ, ਕਾਮ, ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਹ ਚਤੁਰਵਰਗ ਹੈ। ਇਹ ਪ੍ਰਮੁੱਖ ਤੌਰ ਤੇ ਇਹਦੇ ਬਾਰੇ ਜਿਹੜੀ ਹੈ ਉਹ ਚਰਚਾ ਹੋਈ ਹੈ। ਕੁਝ ਚਤੁਰਵਰਗ ਤੋਂ ਇਲਾਵਾ ਜਸ ਅਤੇ ਚੰਗੇ ਉਪਦੇਸ਼ ਨੂੰ ਵੀ ਇਸ ਦਾ ਪ੍ਰਯੋਜਨ ਮੰਨਦੇ ਨੇ ਕਿ ਮਨੁੱਖ ਨੂੰ ਜਸ ਮਿਲਦਾ ਹੈ, ਜਸ ਕੀਰਤੀ ਮਿਲਦੀ ਹੈ, ਉਸ ਨੂੰ ਪ੍ਰਸ਼ੰਸਾ ਮਿਲਦੀ ਹੈ, ਦੁਨੀਆ ਨੂੰ ਪਸੰਦ ਕਰਦੀ ਹੈ, ਤੇ ਨਾਲੋਂ ਨਾਲ ਮਨੁੱਖ ਨੂੰ ਇਹਦੇ ਵਿੱਚੋਂ ਚੰਗੇ ਉਪਦੇਸ਼ ਵੀ ਮਿਲਦੇ ਨੇ।
कि जेकर कोई काव्य नाल जुड़दा है तां ओह चंगी सिੱਖਿਆ भी जिहड़ी है चंगा उपदेश भी ग्रहण करदा है। दूजे आचार्य कई आचार्य सिर्फ जस नूं ही काव्य दा प्रयोजन मानदे ने। हुण इहदे विच की है कि अलग अलग विचार ने आचार्य लोकां दे, उही असीं ने कोट करनी है। सब तो पहलां असीं गल करदे हां आचार्य भरत मुनि दी। ਉਹਨਾਂ ਨੂੰ ਅਸੀਂ ਨਾਟਯ ਸ਼ਾਸਤਰ ਤੋਂ ਲੈ ਕੇ ਉਹਨਾਂ ਦੇ ਆਪਾਂ ਕਹਿੰਦੇ ਕਿ ਭਾਰਤੀ ਕਾਵਿ ਸ਼ਾਸਤਰ ਦਾ ਸੰਸਥਾਪਕ ਹੀ ਮੰਨ ਲਓ ਕਿ ਸਭ ਤੋਂ ਪਹਿਲਾਂ ਗੱਲ ਸ਼ੁਰੂ ਭਰਤ ਮੁਨੀ ਕਰਦਾ ਹੈ। ਉਹਦਾ ਨਾਟਯ ਸ਼ਾਸਤਰ ਹੈ, ਗ੍ਰੰਥ ਦਾ ਨਾਮ ਹੈ ਨਾਟਯ ਸ਼ਾਸਤਰ। ਉਹਦੇ ਵਿੱਚ ਉਹ ਕੀ ਕਹਿੰਦਾ ਹੈ, ਆਪਾਂ ਪਹਿਲਾਂ ਵੀ ਗੱਲ ਕਰੀ ਸੀ, ਕਿਉਂਕਿ ਉਸਦਾ ਨਾਟਯ ਸ਼ਾਸਤਰ ਨਾਟਯ ਦੇ ਉਦੇਸ਼ਾਂ ਬਾਰੇ ਹੈ। ਫਿਰ ਬਾਅਦ ਦੇ ਵਿੱਚ ਜਦੋਂ ਅਧਿਐਨ ਹੁੰਦਾ ਹੈ, ਚਰਚਾ ਹੁੰਦੀ ਹੈ, ਤਾਂ ਵਿਦਵਾਨ ਇਹ ਮੰਨਦੇ ਨੇ ਕਿ ਜਿਹੜੇ ਨਾਟਯ ਸ਼ਾਸਤਰ ਦੇ ਵਿੱਚ ਨਾਟਯ ਬਾਰੇ ਗੱਲ ਕਰੀ ਹੈ, ਉਹ ਸਿਰਫ ਨਾਟਯ ਤੇ ਲਾਗੂ ਨਹੀਂ ਹੁੰਦੀ, ਉਹ ਸਮੁੱਚੇ ਕਾਵਿ ਦੇ ਉੱਤੇ ਲਾਗੂ ਹੁੰਦੀ ਹੈ, ਸਮੁੱਚੇ ਸਾਹਿਤ ਦੇ ਉੱਤੇ ਲਾਗੂ ਹੁੰਦੀ ਹੈ। ਇਸ ਲਈ ਜਦੋਂ ਹੁਣ ਵੀ ਅਸੀਂ ਭਰਤ ਮੁਨੀ ਦੇ ਕਿਸੇ ਵੀ ਕਥਨ ਨੂੰ ਜਾਂ ਕਿਸੇ ਵੀ ਵੇਰਵੇ ਨੂੰ ਕੋਟ ਕਰਦੇ ਹਾਂ ਤਾਂ ਉਹਦਾ ਸੰਦਰਭ ਸਮੁੱਚਾ ਸਾਹਿਤ ਹੀ ਰੱਖਦੇ ਹਾਂ, ਸਮੁੱਚੇ ਕਾਵਿ ਨਾਲ ਜੋੜ ਕੇ ਜਿਹੜਾ ਉਹ ਭਰਤ ਮੁਨੀ ਦੀ ਗੱਲ ਨੂੰ ਅਸੀਂ ਕੋਟ ਕਰਦੇ ਹਾਂ। ਇੱਥੇ ਕੀ ਹੈ ਕਿ ਨਾਟਯ ਸ਼ਾਸਤਰ ਦੇ ਵਿੱਚ ਭਰਤ ਮੁਨੀ ਨੇ ਕੀ ਕਿਹਾ, ਕਿਹਦੇ ਬਾਰੇ, ਕਾਵਿ ਦੇ ਪ੍ਰਯੋਜਨ ਦੇ ਬਾਰੇ। ਉਹ ਕਹਿੰਦੇ ਨਾਟਯ ਦੇ ਪ੍ਰਯੋਜਨ, ਪਰ ਬ੍ਰੈਕਟਡ ਦੇ ਵਿੱਚ ਕੀ ਹੈ, ਕਾਵਿ ਦੇ ਪ੍ਰਯੋਜਨ ਦਾ ਵਿਵੇਚਨ ਕਰਨਾ ਹੁੰਦਾ ਹੈ, ਉਹਦਾ ਗਹਿਨ ਅਧਿਐਨ ਕਰਨਾ, ਉਹਦੇ ਬਾਰੇ ਐਨਾਲਾਈਜ਼ ਕਰਦੇ ਹੋਏ ਕੁਝ ਕਹਿਣਾ। ਇਹ ਨਾਟਯ ਯਾਨੀ ਕਿ ਇਹ ਕਾਵਿ ਉੱਤਮ ਮੱਧਮ ਅਤੇ ਅਦਮ ਕੋਟੀ ਦੇ, ਉੱਤਮ ਮੱਧਮ ਅਦਮ। ਹੁਣ ਅਸੀਂ ਦੇਖ ਲਈਏ ਕਿ ਇਸ ਨੂੰ ਜਾਤੀ ਪੱਧਰ ਤੇ, ਇਸ ਨੂੰ ਆਰਥਿਕ ਪੱਧਰ ਤੇ ਸਾਡੇ ਸਮਾਜ ਦੇ ਵਿੱਚ ਕਿੰਨੇ ਕਿਸਮ ਦੇ ਲੋਕ ਨੇ, ਗਰੀਬ ਵੀ ਨੇ, ਮੱਧਮ ਵੀ ਨੇ, ਉੱਚ ਸ਼੍ਰੇਣੀ ਦੇ ਲੋਕ ਵੀ ਨੇ। ਠੀਕ ਹੈ, ਜਾਤੀ ਆਧਾਰ ਤੇ ਕੁਝ ਨੀਵੀਆਂ ਸ਼੍ਰੇਣੀਆਂ ਮੰਨੀਆਂ ਗਈਆਂ ਨੇ, ਨੀਵੀਆਂ ਜਾਤੀਆਂ ਉੱਤਮ ਜਾਤੀਆਂ ਮੰਨੀਆਂ ਗਈਆਂ ਨੇ। ਮਤਲਬ ਕਿ ਮਨੁੱਖ ਕਿਸੇ ਵੀ ਕੋਟੀ ਨਾਲ ਸੰਬੰਧਿਤ ਹੋਵੇ, ਕੋਟੀ ਹੁੰਦਾ ਵਰਗ, ਕਿਸੇ ਵੀ ਕੋਟੀ ਨਾਲ ਸੰਬੰਧਿਤ ਹੋਵੇ, ਉਸਦੇ ਕਰਮਾਂ ਦੇ ਆਸਰੇ ਰਹਿਣ ਵਾਲਾ ਜੋ ਉਹ ਕਰਦਾ ਹੈ, ਮਨੁੱਖ ਕਰਦਾ ਹੈ, ਮਨੁੱਖ ਦੇ ਕਰਮ। ਕਹਿਣ ਤੋਂ ਭਾਵ ਹੈ ਕਿ ਕਾਵਿ ਉੱਤਮ ਮੱਧਮ ਕੋਟੀ ਦੇ ਮਨੁੱਖਾਂ ਦੇ ਕਰਮਾਂ ਦੇ ਆਸਰੇ ਹੀ ਰਹਿੰਦਾ, ਉਹੋ ਜਿਹਾ ਹੀ ਲਿਖਿਆ ਜਾਂਦਾ, ਉਹੋ ਜਿਹੀ ਪੱਧਰ ਦਾ ਹੁੰਦਾ, ਲੋਕਾਂ ਲਈ ਹਿਤਕਾਰੀ ਹੁੰਦਾ ਹੈ, ਉਪਦੇਸ਼ ਦੇਣ ਵਾਲਾ, ਧੀਰਜ ਬੰਧਾਉਣ ਵਾਲਾ, ਮਨੋ ਵਿਨੋਦ, ਮਨ ਦੇ ਵਿੱਚ ਖੇੜਾ ਪੈਦਾ ਕਰਨ ਵਾਲਾ, ਖੁਸ਼ੀ ਪੈਦਾ ਕਰਨ ਵਾਲਾ, ਸੁੱਖ ਪੈਦਾ ਕਰਨ ਵਾਲਾ ਆਦਿ ਦਾ ਪ੍ਰਦਾਤਾ ਹੈ। ਉਸਨੇ ਇਹ ਕਿਹਾ ਕਿ ਇਹਦਾ ਮਤਲਬ ਫਿਰ ਕੀ ਹੋਇਆ ਕਿ ਕਾਵਿ ਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਨੇ, ਕਾਵਿ ਦੇ ਇਹ ਮਕਸਦ ਹੋਣੇ ਚਾਹੀਦੇ ਨੇ ਕਿ ਦੂਜੇ ਨੂੰ ਉਪਦੇਸ਼ ਦੇਵੇ, ਧੀਰਜ ਬੰਧਾਵੇ, ਮਨ ਦੇ ਵਿੱਚ ਵਿਨੋਦ ਪੈਦਾ ਕਰੇ, ਸੁੱਖ ਦੇਵੇ ਉਸਨੂੰ। ਇਹ ਜਿਹੜੇ ਨੇ ਉਹਦੇ ਕਾਵਿ ਦੇ ਮੰਤਵ ਹੋਣੇ ਚਾਹੀਦੇ ਨੇ, ਪ੍ਰਯੋਜਨ ਹੋਣੇ ਚਾਹੀਦੇ ਨੇ। ਅੱਗੇ ਕੀ ਕਹਿੰਦਾ ਹੈ ਭਰਤ ਮੁਨੀ, ਕਹਿੰਦਾ ਕਿ ਮੌਕਾ ਪੈਣ ਤੇ ਦੁਖੀ, ਪੀੜਤ, ਸ਼ੋਕ ਸੰਤਪਤ ਲੋਕਾਂ ਨੂੰ ਆਰਾਮ ਦੇਣ ਵਾਲਾ ਹੋਵੇ, ਵਿਸ਼ਰਾਂਤੀ ਦੇਣ ਵਾਲਾ ਹੋਵੇ। ਉਹਨਾਂ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮਨ ਨੂੰ ਇੱਕ ਕਿਸਮ ਦਾ ਇਹ ਕਿ ਕੋਈ ਕੂਲਿੰਗ ਇਫੈਕਟ ਹੈ। ਜਦੋਂ ਤੁਸੀਂ ਕਾਵਿ ਨੂੰ ਪੜ੍ਹਦੇ ਹੋ, ਲਿਖਦੇ ਹੋ, ਸਿਰਜਦੇ ਹੋ, ਸੁਣਦੇ ਹੋ ਤਾਂ ਤੁਹਾਨੂੰ ਇਹ ਜਿਹੜਾ ਹੈ ਕਿਤੇ ਨਾ ਕਿਤੇ ਆਰਾਮ ਮਿਲਦਾ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹ ਯਾਨੀ ਕਿ ਕਾਵਿ ਧਰਮ, ਜਸ, ਉਮਰ, ਹਿੱਤ ਅਤੇ ਦਿਮਾਗੀ ਸ਼ਕਤੀ ਨੂੰ ਵਧਾਉਣ ਵਾਲਾ ਹੋਵੇ। ਹੁਣ ਇਹ ਸਾਰੇ ਕੌਣ ਕਹਿੰਦਾ ਹੈ? ਇਹ ਪ੍ਰਯੋਜਨ ਨਾਟਯ ਸ਼ਾਸਤਰ ਦੇ ਵਿੱਚ ਆਚਾਰਿਆ ਭਰਤ, ਜਿਸ ਨੂੰ ਅਸੀਂ ਭਰਤ ਮੁਨੀ ਕਹਿੰਦੇ ਆ, ਉਹ ਜਿਹੜਾ ਹੈ ਕਹਿੰਦਾ ਹੈ। ਭਰਤ ਦੁਆਰਾ ਕਹੇ ਗਏ ਨਾਟਯ ਦੇ ਸਾਰੇ ਪ੍ਰਯੋਜਨ ਜਿਹੜੇ ਨੇ ਉਹ ਇਕੱਠੇ ਕਰਕੇ ਇਹਨਾਂ ਦੇ ਸਮਾਯੋਜਨ ਦੇ ਵਿੱਚ ਜਿਹੜਾ ਹੈ ਮੰਮਟ ਅੱਗੇ ਗੱਲ ਕਰਦਾ ਹੈ। ਠੀਕ ਹੈ ਜੀ, ਉਹਨੇ ਇਹਦੇ ਬਾਰੇ ਹੀ ਗੱਲ ਕਰੀ ਹੈ। ਆਪਾਂ ਕੁੱਲ ਮਿਲਾ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਭਰਤ ਮੁਨੀ ਤੋਂ ਫਿਰ ਅਖੀਰ ਅਸੀਂ ਮੰਮਟ ਤੇ ਹੀ ਜਾਂਦੇ ਕਿ ਮੰਮਟ ਨੇ ਸਮੁੱਚੇ ਰੂਪ ਦੇ ਵਿੱਚ ਕਾਵਿ ਦੇ ਪ੍ਰਯੋਜਨ ਨੂੰ ਜਿਹੜਾ ਹੈ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਬੰਨਿਆ ਹੈ, ਉਹ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਪਰ ਡਿਸਕਸ਼ਨ ਅਸੀਂ ਸਾਰੇ ਆਚਾਰਿਆ ਲੋਕਾਂ ਦੀ ਕਰਦੇ ਹਾਂ। ਹੁਣ ਅਗਲਾ ਜਿਹੜਾ ਆਚਾਰਿਆ ਹੈ ਦੂਸਰਾ, ਮੈਂ ਇਹ 'ਚ ਨੰਬਰਿੰਗ ਕਰੀਏ ਬੇਟੇ, ਕਿੰਨੇ ਅਸੀਂ ਨੇ ਆਚਾਰਿਆ ਲੋਕਾਂ ਦੇ ਵੇਰਵੇ ਦਰਜ ਕਰਨੇ। ਦੂਜਾ ਆਚਾਰਿਆ ਸਾਡੇ ਕੋਲ ਹੈਗਾ ਭਾਮਾ। ਭਾਮਾ ਕੀ ਕਹਿੰਦਾ? ਉੱਤਮ ਕਾਵਿ ਦੀ ਰਚਨਾ ਕਰਨ ਅਤੇ ਪੜ੍ਹਨ ਨਾਲ। ਹੁਣ ਦੇਖੋ, ਰਚਨਾ ਕਰਨ ਨਾਲ ਵੀ ਤੇ ਰਚਨਾ ਨੂੰ ਪੜ੍ਹਨ ਨਾਲ ਵੀ, ਸਿਰਫ ਇਹ ਨਹੀਂ ਕਿ ਕਰਨ ਨਾਲ ਹੀ ਜਾਂ ਉਸਨੂੰ ਸਿਰਜਣ ਨਾਲ ਹੀ ਜਿਹੜਾ ਹੈ ਸਾਨੂੰ ਕੁਝ ਪ੍ਰਾਪਤ ਹੁੰਦਾ ਹੈ, ਉਹਨੂੰ ਪੜ੍ਹਨ ਨਾਲ ਵੀ ਪ੍ਰਾਪਤ ਹੁੰਦਾ ਹੈ। ਉਹਦੇ ਨਾਲ ਧਰਮ, ਅਰਥ, ਕਾਮ, ਮੋਕਸ਼ ਦੀ ਪ੍ਰਾਪਤੀ ਦੇ ਨਾਲ ਨਾਲ ਵਿਚਕਣਤਾ, ਮੁਹਾਰਤਾ ਜਿਹੜੀ ਹੈ, ਮਤਲਬ ਕਿ ਪੜ੍ਹਨ ਦੇ ਵਿੱਚ, ਉਸ ਕਲਾ ਦੇ ਵਿੱਚ ਮੁਹਾਰਤਾ ਮਿਲਦੀ ਹੈ। ਵਾਰ-ਵਾਰ ਅਸੀਂ ਦੁਹਰਾਈ ਕਰਦੇ ਹਾਂ, ਵਾਰ-ਵਾਰ ਪੜ੍ਹਦੇ ਹਾਂ ਤਾਂ ਸਾਨੂੰ ਉਹਦੀ ਸਮਝ, ਉਹਦੇ ਵਿੱਚ ਮੁਹਾਰਤ ਹਾਸਲ ਹੋ ਜਾਂਦੀ ਹੈ। ਜਸ ਮਿਲਦੀ ਹੈ, ਪ੍ਰੀਤੀ, ਸਹਿਜ ਅਤੇ ਸਵੈ ਆਨੰਦ। ਸਵੈ ਆਨੰਦ, ਬੰਦਾ ਆਪਣੇ ਕਿੱਤੇ ਤੋਂ ਹੀ ਖੁਦ ਹੀ ਆਨੰਦਿਤ ਹੁੰਦਾ ਹੈ, ਉਹ ਕਿਸੇ ਹੋਰ ਬਾਹਰਲੀ ਚੀਜ਼ ਤੱਕ ਉਸਨੂੰ ਜਾਣ ਦੀ ਲੋੜ ਨਹੀਂ। ਜੇਕਰ ਉਹ ਕਾਵਿ ਨਾਲ ਜੁੜਦਾ ਹੈ ਤਾਂ ਉਹਦੇ ਅੰਦਰੋਂ ਹੀ ਇੱਕ ਸੁੱਖ, ਇੱਕ ਆਨੰਦ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਇਹ ਕਹਿੰਦੇ ਨੇ ਕਿ ਇਹ ਲਾਭ ਹੁੰਦਾ ਹੈ। ਹੁਣ ਤੀਸਰਾ ਆਚਾਰਿਆ ਵਾਮਨ ਕੀ ਕਹਿੰਦਾ ਹੈ? ਜਸ ਅਤੇ ਆਨੰਦ ਦੋ ਪ੍ਰਯੋਜਨ ਮੰਨਦਾ ਹੈ ਉਹ, ਕਿ ਜਸ ਤੇ ਆਨੰਦ ਜਿਹੜਾ ਹੈ ਸਾਨੂੰ ਮਿਲਦਾ ਹੈ।
ਕਹਿੰਦੇ ਕਿ ਚੰਗੇ ਕਾਵ ਦੀ ਰਚਨਾ ਨਾਲ ਜਸ ਪ੍ਰਤਿਸ਼ਠਿਤ ਹੁੰਦਾ ਹੈ, ਤੁਹਾਡਾ ਨਾਮ ਬਣਦਾ ਹੈ, ਦੁਨੀਆ ਤੁਹਾਨੂੰ ਤੁਹਾਡਾ ਪ੍ਰਸ਼ੰਸਾ ਕਰਦੀ ਹੈ, ਜਸ ਦੀ ਪ੍ਰਾਪਤੀ ਹੁੰਦੀ ਹੈ। ਬੁਰੀ ਕਵਿਤਾ ਕਰਨ ਵਾਲੇ ਨੂੰ ਅਪਜਸ ਮਿਲਦਾ ਹੈ, ਉਹਦੀ ਬੁਰਾਈ ਮਤਲਬ ਕਿ ਉਹਨੂੰ ਕੋਈ ਜਸ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਤੇ ਜਿਹਨੂੰ ਜਸ ਨਹੀਂ ਮਿਲਦਾ ਉਹਨੂੰ ਨਰਕ ਮਿਲਦਾ ਹੈ, ਔਰ ਜਿਸ ਨੂੰ ਦੁਨੀਆ ਦੇ ਵਿੱਚ ਜਸ ਮਿਲ ਜਾਂਦਾ ਹੈ ਉਸ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਇਹ ਕੌਣ ਕਹਿੰਦਾ? ਵਾਮਨ। ਇਹਦਾ ਮਤਲਬ ਕੀ ਹੈ? ਜਸ ਤੇ ਕੀਰਤੀ ਜਾਂ ਪ੍ਰਤਿਸ਼ਠਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਅੱਗੇ ਸਵਰਗ ਨਰਕ ਵੀ ਮਿਲਦੇ ਨੇ। ਇਹਦਾ ਮਤਲਬ ਕੀ ਹੈ ਕਿ ਪ੍ਰਯੋਜਨ ਵੀ, ਮੰਤਵ ਵੀ ਇਹਦਾ ਇਹੀ ਹੈ। ਅੱਗੇ ਚੌਥਾ ਆਚਾਰਿਆ ਜਿਹੜਾ ਹੈ ਸਾਡਾ ਹੈ ਭੋਜਰਾਜ। ਭੋਜਰਾਜ ਕੀ ਕਹਿੰਦਾ ਹੈ? ਉਹਦਾ ਹੈ ਗ੍ਰੰਥ ਹੈ ਸਰਸਵਤੀ ਕੰਠਾਭਰਣ। ਉਹਦੇ ਵਿੱਚੋਂ ਕਹਿੰਦਾ ਕਿ ਜਸ ਅਤੇ ਆਨੰਦ ਦੋ ਕਾਵ ਦੇ ਪ੍ਰਯੋਜਨ ਉਹ ਮੰਨਦਾ ਹੈ ਕਿ ਇਹਦੇ ਤੋਂ ਸਾਨੂੰ ਜਸ ਅਤੇ ਆਨੰਦ ਜਿਹੜਾ ਉਹ ਮਿਲਦਾ ਹੈ। ਪੰਜਵਾਂ ਆਚਾਰਿਆ ਹੈ ਕੁੰਤਕ। ਕੁੰਤਕ ਕੀ ਕਹਿੰਦਾ ਹੈ? ਉਹਦਾ ਗ੍ਰੰਥ ਹੈ ਵਕਰੋਕਤੀ ਜੀਵਿਤਮ। ਉਹਦੇ ਸਪਸ਼ਟ ਕਰਦਾ ਕੀ ਕਹਿੰਦਾ? ਕਹਿੰਦਾ ਚੰਗੇ ਕੁਲਾਂ 'ਚ ਪੈਦਾ ਹੋਏ ਰਾਜਕੁਮਾਰ, ਚੰਗੇ ਕੁਲ ਯਾਨੀ ਕਿ ਫੈਮਲੀਜ਼ ਜਿਹੜੇ ਖਾਨਦਾਨ ਨੇ, ਚੰਗੇ ਕੁਲਾਂ ਦੇ ਵਿੱਚ ਪੈਦਾ ਹੋਏ ਰਾਜਕੁਮਾਰ ਆਦਿ ਲਈ ਕਾਵ ਦੀ ਰਚਨਾ ਕੀਤੀ ਜਾਂਦੀ ਹੈ। ਇਹ ਉਹ ਜ਼ਮਾਨਾ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਕਲਾਸੀਕਲ ਕਲਾਸ ਦੇ ਵਿੱਚ ਵੰਡਿਆ ਹੋਇਆ ਜਿਹੜਾ ਸਮਾਜ ਹੈ, ਜਿਹਦੇ ਵਿੱਚ ਉੱਤਮ ਸ਼੍ਰੇਣੀ ਦੇ ਜਿਹੜੇ ਲੋਕ ਨੇ, ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਲਈ ਕਾਵ ਦੀ ਰਚਨਾ ਕੀਤੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਇਹ ਉਹਨਾਂ ਲਈ ਸੁੰਦਰ ਅਤੇ ਸਰਸ ਢੰਗ ਨਾਲ ਕਿਹਾ ਗਿਆ ਧਰਮ, ਅਰਥ, ਕਾਮ, ਮੋਕਸ਼ ਪ੍ਰਾਪਤ ਕਰਨ ਦਾ ਸੌਖਾ ਉਪਾਅ ਹੈ। ਇਹਦੇ ਵਿੱਚ ਵੀ ਉਹੀ ਚਤੁਰਵਰਗ ਧਰਮ, ਅਰਥ, ਕਾਮ, ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਫਿਰ ਅੱਗੇ ਉਹ ਕਹਿੰਦੇ ਨੇ ਕਿ ਉੱਤਮ ਕਾਵ ਪੜ੍ਹਨ ਨਾਲ ਸਾਰੇ ਤਰ੍ਹਾਂ ਦੇ ਮਨੁੱਖ, ਹਰ ਤਰ੍ਹਾਂ ਦਾ ਮਨੁੱਖ, ਗਿਆਨੀ ਹੈ, ਅਗਿਆਨੀ ਹੈ, ਬੁੱਧੀਮਾਨ ਹੈ, ਘੱਟ ਬੁੱਧੀਮਾਨ ਹੈ, ਕਿਸੇ ਵੀ ਵਰਗ ਦਾ, ਅਮੀਰ ਹੈ, ਗਰੀਬ ਹੈ, ਉਸਨੂੰ ਜਿਹੜਾ ਹੈ ਉਹ ਵਿਵਹਾਰ ਦਾ ਗਿਆਨ ਜਿਹੜਾ ਮਿਲਦਾ ਹੈ, ਉਸਨੂੰ ਇਸ ਦੁਨਿਆਵੀ ਆਪਾਂ ਕਹਿ ਸਕਦੇ ਹਾਂ ਕਿ ਤੌਰ ਤੇ ਵਿਚਰਨ ਦੇ ਵਿੱਚ ਇੱਕ ਕਿਸਮ ਨਾਲ ਸਮਰੱਥਾ ਜਿਹੜੀ ਉਹਦੇ ਵਿੱਚ ਪੈਦਾ ਹੁੰਦੀ ਹੈ। ਇਹ ਜਿਹੜਾ ਹੈ ਡਿਸਕਸ਼ਨ ਸਾਡਾ ਪੰਜਵਾਂ ਜਿਹੜਾ ਆਚਾਰਿਆ ਕਰਦਾ ਹੈ। ਛੇਵਾਂ ਆਚਾਰਿਆ ਕੀ ਕਹਿੰਦਾ ਹੈ? ਵਾਗਭਟ ਹੈ। ਉਹਦਾ ਗ੍ਰੰਥ ਹੈ ਕਾਵਿ ਅਨੁਸ਼ਾਸਨ। ਉਹਦੇ ਵਿੱਚੋਂ ਕੀ ਕਹਿੰਦਾ? ਆਨੰਦ ਦੀ ਪ੍ਰਾਪਤੀ। ਜਸ ਦੀ ਥਾਂ ਤੇ ਉਹ ਕੀ ਕਹਿੰਦਾ? ਆਨੰਦ ਮਿਲਦਾ ਹੈ, ਅਨਰਥ ਨੂੰ ਦੂਰ ਕਰਦਾ ਹੈ, ਵਿਵਹਾਰ ਦਾ ਗਿਆਨ ਮਿਲਦਾ ਹੈ, ਸਾਨੂੰ ਸੋਝੀ ਆਉਂਦੀ ਹੈ ਦੁਨਿਆਵੀ ਗਿਆਨ ਵਿਵਹਾਰ ਦਾ। ਤ੍ਰਿਵਰਗ, ਇੱਥੇ ਤਿੰਨ ਵਰਗ ਕਰੇ ਨੇ, ਚਤੁਰ ਵਰਗ ਦੀ ਜਗ੍ਹਾ ਤੇ ਤਿੰਨ ਵਰਗ ਕਰੇ ਨੇ, ਧਰਮ, ਅਰਥ, ਕਾਮ। ਇਹਨਾਂ ਤਿੰਨਾਂ ਦੀ ਪ੍ਰਾਪਤੀ ਹੁੰਦੀ ਹੈ। ਕਾਂਤਾ ਯਾਨੀ ਕਿ ਔਰਤ ਵਰਗਾ ਸਨੇਹ ਮਿਲਦਾ ਇਹਦੇ ਵਿੱਚੋਂ, ਉਹਦੇ ਵਿੱਚ ਪੈਦਾ ਹੁੰਦਾ ਹੈ ਗੁਣ ਮਨੁੱਖ ਦੇ ਵਿੱਚ ਜਿਹੜਾ ਕਾਵ ਦੇ ਨਾਲ ਜੁੜਦਾ ਹੈ। ਜਸ ਅਤੇ ਫਿਰ ਉਹਨੇ ਕਿਹਾ 6 ਪ੍ਰਯੋਜਨ ਇਹ ਪੂਰੇ ਜਿਹੜੇ ਨੇ ਉਹ ਕਰਦਾ ਹੈ, ਕਾਵ ਦੇ ਇਹ ਪ੍ਰਯੋਜਨ ਨੇ। ਅੱਗੇ ਆ ਗਿਆ ਸਾਡੇ ਕੋਲ ਆਚਾਰਿਆ ਰੁਦਰਟ। ਰੁਦਰਟ ਦਾ ਗ੍ਰੰਥ ਹੈ ਕਾਵਿ ਅਲੰਕਾਰ। ਉਹਦੇ ਵਿੱਚ ਫਿਰ ਉਹੀ ਗੱਲ ਕਰਦਾ ਚਤੁਰ ਵਰਗ ਧਰਮ, ਅਰਥ, ਕਾਮ, ਮੋਕਸ਼, ਚਾਰ ਪਦਾਰਥਾਂ ਦੀ, ਪੁਰਸ਼ਾਰਥਾਂ ਦੀ ਜਿਹੜੀ ਹੈ ਉਹ ਪ੍ਰਾਪਤੀ ਇਹਦੇ ਵਿੱਚੋਂ ਹੁੰਦੀ ਹੈ। ਰਾਮਚੰਦਰ ਗੁਣਚੰਦਰ ਨੇ, ਉਹਨਾਂ ਦਾ ਗ੍ਰੰਥ ਹੈ ਨਾਟਯ ਦਰਪਣ। ਉਹ ਕੀ ਕਹਿੰਦੇ? ਚਤੁਰ ਵਰਗ, ਫਿਰ ਚਤੁਰ ਵਰਗ ਧਰਮ, ਅਰਥ, ਕਾਮ, ਮੋਕਸ਼ ਦਾ ਸਾਧਨ ਹੈ ਇਹ ਪ੍ਰਯੋਜਨ ਨੇ ਉਸਦੇ। ਠੀਕ ਹੈ ਜੀ। ਅੱਗੇ ਸਾਡੇ ਕੋਲ ਆਂਦਾ ਹੈ ਆਚਾਰਿਆ ਵਿਸ਼ਵਨਾਥ। ਵਿਸ਼ਵਨਾਥ ਕੀ ਕਹਿੰਦਾ ਹੈ? ਕਹਿੰਦੇ ਇਹਦੇ ਵਿੱਚ ਚਤੁਰ ਵਰਗ ਦੀ ਪ੍ਰਾਪਤੀ ਦੀ ਗੱਲ ਕਰਦਾ ਹੈ। ਸਾਹਿਤਯ ਦਰਪਣ ਹੈ ਉਸਦਾ ਗ੍ਰੰਥ। ਇੱਕ ਅਸੀਂ ਨੇ ਸਾਰੇ ਆਚਾਰਿਆ ਲੋਕਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀ ਲਿਸਟ ਬਣਾ ਲੈਣੀ ਹੈ ਤੇ ਨਾਮ ਤੇ ਨਾਲ ਉਹਦਾ ਗ੍ਰੰਥ, ਇਹ ਵੀ ਅਸੀਂ ਨੇ ਯਾਦ ਕਰਨੇ ਨੇ, ਛੋਟੇ ਸਵਾਲਾਂ ਦੇ ਲਈ ਸਾਡੇ ਲਈ ਮਹੱਤਵਪੂਰਨ ਨੇ। ਧਰਮ, ਅਰਥ, ਕਾਮ, ਮੋਕਸ਼ ਨੂੰ ਕਾਵ ਦੇ ਪ੍ਰਯੋਜਨ ਸਵੀਕਾਰ ਕਰਦਾ ਹੈ ਆਚਾਰਿਆ ਵਿਸ਼ਵਨਾਥ ਵੀ। ਉਹ ਕਹਿੰਦਾ ਕਿ ਕਾਵ ਦੁਆਰਾ ਘੱਟ ਦਿਮਾਗ ਯਾਨੀ ਕਿ ਘੱਟ ਬੁੱਧੀ ਵਾਲੇ ਮਨੁੱਖਾਂ ਨੂੰ ਵੀ ਸੌਖੇ ਤਰੀਕੇ ਨਾਲ ਚਤੁਰ ਵਰਗ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਚਤੁਰ ਵਰਗ ਦੇ ਉੱਤੇ ਹੀ ਜ਼ੋਰ ਦਿੱਤਾ ਗਿਆ। 10ਵਾਂ ਆਚਾਰਿਆ ਹੈ ਜਗਨਨਾਥ। ਜਗਨਨਾਥ ਕੀ ਕਹਿੰਦਾ ਹੈ? ਕਹਿੰਦਾ ਜਸ ਪਰਮ ਆਨੰਦ, ਜਸ ਮਿਲਦਾ ਹੈ, ਪਰਮ ਆਨੰਦ ਮਿਲਦਾ ਹੈ, ਗੁਰੂ ਪ੍ਰਾਪਤੀ ਹੁੰਦੀ ਹੈ, ਰਾਜਾ ਤੇ ਦੇਵਤਾ ਦੀ ਕਿਰਪਾ ਮਿਲਦੀ ਹੈ, ਇਹ ਪ੍ਰਯੋਜਨ ਉਹ ਮੰਨਦਾ ਹੈ। ਉਸਦਾ ਗ੍ਰੰਥ ਹੈ ਰਸ ਗੰਗਾਧਰ। ਇਹ ਆਚਾਰਿਆ ਜਗਨਨਾਥ ਕਹਿੰਦੇ ਨੇ। ਹੁਣ ਇਹਦੇ ਵਿੱਚ ਥੋੜੇ ਜਿਹੇ ਫਰਕ ਨੇ। ਜਸ, ਪਰਮਾਨੰਦ, ਗੁਰੂ, ਰਾਜਾ ਤੇ ਦੇਵਤਾ ਦੀ ਕਿਰਪਾ ਮਿਲਦੀ ਹੈ। 11ਵੇਂ ਸਾਡੇ ਆਚਾਰਿਆ ਨੇ ਮੰਮਟ, ਜਿਨ੍ਹਾਂ ਦੀ ਅਸੀਂ ਪਹਿਲਾਂ ਸ਼ੁਰੂ 'ਚ ਗੱਲ ਕਰੀ ਸੀ ਭਰਤ ਮੁਨੀ ਤੋਂ ਬਾਅਦ। ਉਹਨਾਂ ਦਾ ਗ੍ਰੰਥ ਹੈ ਕਾਵਿ ਪ੍ਰਕਾਸ਼। ਉਸਨੇ ਕਾਵ ਰਚਨਾ ਦੇ ਜਸ ਅਤੇ ਧਨ ਦੀ ਪ੍ਰਾਪਤੀ, ਲੋਕ ਵਿਵਹਾਰ ਦਾ ਗਿਆਨ, ਅਨਿਸ਼ਟ ਦਾ ਨਿਵਾਰਨ, ਆਨੰਦ ਦੀ ਪ੍ਰਾਪਤੀ ਅਤੇ ਕਾਂਤਾ ਸੰਮਤ ਉਪਦੇਸ਼ 6 ਪ੍ਰਯੋਜਨ ਸਵੀਕਾਰ ਕੀਤੇ ਨੇ। ਇਹਦੇ ਵਿੱਚ ਬਾਕੀ ਸਾਰੇ ਜਿਹੜੇ ਅਲੱਗ-ਅਲੱਗ ਵਿਦਵਾਨ ਜਾਂ ਆਚਾਰਿਆ ਲੋਕ ਜਿਹੜੇ ਆਪਣੇ ਪ੍ਰਯੋਜਨ ਦੱਸ ਰਹੇ ਨੇ, ਉਹਨਾਂ ਦਾ ਸੰਖੇਪ ਸਾਰ ਕਿਤੇ ਨਾ ਕਿਤੇ ਮੰਮਟ ਦੀ ਜਿਹੜੀ ਕਹੀ ਗੱਲ ਹੈ ਉਹਦੇ ਵਿੱਚ ਵੀ ਸਾਨੂੰ ਨਜ਼ਰ ਆਉਂਦਾ।
ਕਾਵ ਰਚਨਾ ਤੋਂ ਕਦੇ ਵੀ ਨਸ਼ਟ ਨਾ ਹੋਣ ਵਾਲੇ ਜਸ ਦੀ ਪ੍ਰਾਪਤੀ ਹੁੰਦੀ ਹੈ। ਇਹ ਹੁਣ ਮੰਮਟ ਕਹਿ ਰਿਹਾ। ਜਿਵੇਂ ਕਿ ਵਿਸ਼ਵ ਸਾਹਿਤ ਦੇ ਸ਼ੇਕਸਪੀਅਰ ਆਦਿ ਉੱਘੇ ਰਚਨਾਕਾਰਾਂ, ਸੰਸਕ੍ਰਿਤ ਸਾਹਿਤ ਦੇ ਵਾਲਮੀਕੀ, ਕਾਲੀਦਾਸ ਆਦਿ ਕਵੀਆਂ ਦਾ ਜਸ ਹਜ਼ਾਰਾਂ ਸਾਲ ਬਾਅਦ ਅੱਜ ਵੀ ਸਾਡੇ ਚਾਰੋਂ ਪਾਸੇ ਫੈਲਿਆ ਹੋਇਆ ਹੈ। ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਅੱਜ ਵੀ ਦੁਨੀਆ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਇਹੀ ਉਹਨਾਂ ਦੇ ਜਸ ਦੀ ਪ੍ਰਾਪਤੀ ਹੈ। ਕਾਵ ਰਚਨਾ ਤੋਂ ਅਰਥ ਦੀ ਪ੍ਰਾਪਤੀ, ਅਰਥ ਮਤਲਬ ਕਿ ਇਕਨੋਮਿਕਲ ਹੋ ਗਿਆ। ਅਰਥ ਦੀ ਪ੍ਰਾਪਤੀ ਦੇ ਉਦਾਹਰਨ ਤਾਂ ਅੱਜ ਵੀ ਵੇਖੇ ਜਾ ਸਕਦੇ ਨੇ। ਉੱਘੇ ਸਾਹਿਤਕਾਰ ਕਵੀਆਂ ਨੂੰ ਰਾਜ ਸਰਕਾਰਾਂ, ਨਿੱਜੀ ਸੰਸਥਾਵਾਂ ਵੱਡੀ ਰਕਮ ਨਾਲ ਸਨਮਾਨਿਤ ਕਰਦੀਆਂ ਨੇ। ਪੈਸੇ ਦੀ ਪ੍ਰਾਪਤੀ, ਅਰਥ, ਫਾਈਨੈਂਸ਼ੀਅਲ ਲਾਭ ਜਿਹੜਾ ਹੈ ਉਹ ਹੁੰਦਾ ਹੈ, ਤੁਹਾਡੀ ਰੋਜ਼ੀ ਰੋਟੀ ਚੱਲਦੀ ਹੈ ਕਾਵ ਨਾਲ ਜੋੜਨ ਦੇ ਨਾਲ। ਪੁਰਾਣੇ ਵੇਲੇ ਕਵੀ ਆਪਣੀ ਕਵਿਤਾ ਦੁਆਰਾ ਰਾਜਾ ਤੇ ਜਨਤਾ ਨੂੰ ਖੁਸ਼ ਕਰਕੇ ਧਨ ਨਾਲ ਸਨਮਾਨਿਤ ਹੁੰਦੇ ਸਨ। ਉਹਨਾਂ ਨੂੰ ਜਗੀਰਾਂ ਮਿਲਦੀਆਂ ਸੀ, ਹੋਰ ਇਨਾਮ ਤਰਾਮ ਮਿਲਦੇ ਸੀ। ਇਹਦਾ ਮਤਲਬ ਜਿਹੜਾ ਹੈ ਅਰਥ ਦੀ ਪ੍ਰਾਪਤੀ ਇਹਦੇ ਨਾਲ ਹੁੰਦੀ ਹੈ। ਜਿਵੇਂ ਕਿ ਸੰਸਕ੍ਰਿਤ ਸਾਹਿਤ ਦੇ ਕਵੀ ਧਾਵਕ ਹੈ, ਉਹਨੇ ਆਪਣੀ ਕਵਿਤਾ ਦੁਆਰਾ ਮਹਾਰਾਜ ਹਰਸ਼ ਨੂੰ ਖੁਸ਼ ਕੀਤਾ ਤੇ ਉਹਨਾਂ ਨੇ ਉਸ ਦੇ ਬਦਲੇ ਉਸ ਨੂੰ ਬਹੁਤ ਸਾਰਾ ਧਨ ਦਿੱਤਾ। ਆਚਾਰਿਆ ਮੰਮਟ ਦਾ ਮੰਤਵ ਹੈ ਕਿ ਕਾਵ ਰਚਨਾ ਤੇ ਉਸ ਨੂੰ ਪੜ੍ਹਨ ਨਾਲ ਲੌਕਿਕ ਵਿਵਹਾਰ ਦਾ ਗਿਆਨ ਹੁੰਦਾ। ਲੌਕਿਕ ਇਸ ਦੁਨਿਆਵੀ ਵਿਵਹਾਰ ਕਿ ਇੱਕ ਮਨੁੱਖ ਨੇ ਇਸ ਆਲੇ ਦੁਆਲੇ ਦੇ ਵਿੱਚ ਕਿਵੇਂ ਵਿਵਹਾਰ ਕਰਨਾ ਹੈ, ਉਹਦੀ ਸਮਝ ਬਣਦੀ ਹੈ, ਉਸ ਨੂੰ ਸੋਝੀ ਆਉਂਦੀ ਹੈ, ਉਹ ਅਕਲਮੰਦ ਜਿਹੜਾ ਹੈ ਬਣਦਾ ਹੈ, ਕਿਉਂਕਿ ਉਸ ਨੂੰ ਵਿਵਹਾਰਿਕ ਗਿਆਨ ਜਿਹੜਾ ਹੈ ਉਹ ਮਿਲਦਾ ਹੈ। ਕਿਉਂਕਿ ਕਵੀ ਆਪਣੀ ਕਿਰਤ ਵਿੱਚ ਪਾਤਰਾਂ ਰਾਹੀਂ ਅਨੇਕਾਂ ਤਰ੍ਹਾਂ ਦੇ ਚੰਗੇ ਆਚਰਣ ਅਤੇ ਵਿਵਹਾਰਾਂ ਨੂੰ ਪ੍ਰਸਤੁਤ ਕਰਦਾ ਹੈ। ਅਸੀਂ ਕੋਈ ਵੀ ਰਚਨਾ ਪੜ੍ਹ ਕੇ ਉਹਦਾ ਕੋਈ ਪਾਤਰ ਹੈ ਸਾਨੂੰ ਪ੍ਰਭਾਵਿਤ ਕਰਦਾ ਹੈ, ਉਹਦਾ ਵਿਵਹਾਰ ਸਾਨੂੰ ਜਿਹੜਾ ਪ੍ਰਭਾਵਿਤ ਕਰਦਾ ਹੈ, ਉਹਦਾ ਸੰਘਰਸ਼ ਸਾਨੂੰ ਮੋਟੀਵੇਟ ਕਰਦਾ ਹੈ। ਇਹਦਾ ਮਤਲਬ ਕਿ ਅਸੀਂ ਉਸ ਤੋਂ ਸਿੱਖਿਆ ਲੈਂਦੇ ਹਾਂ। ਅਸੀਂ ਆਪਣੇ ਜੀਵਨ ਦੇ ਵਿੱਚ ਸਫਲ ਹੋਣ ਦੇ ਲਈ ਜਿਹੜਾ ਵਿਵਹਾਰਕ ਗਿਆਨ ਹੈ ਅਸੀਂ ਉਸ ਰਚਨਾ ਦੇ ਵਿੱਚੋਂ ਪ੍ਰਾਪਤ ਕਰ ਰਹੇ ਹਾਂ। ਅਜਿਹੇ ਪਾਤਰ ਜਿਨ੍ਹਾਂ ਨੂੰ ਸਮਾਜਿਕ ਅਤੇ ਪਾਠਕ ਬੜੀ ਸਰਲਤਾ ਨਾਲ ਗ੍ਰਹਿਣ ਕਰ ਲੈਂਦਾ ਹੈ। ਸਮਾਜਿਕ ਅਤੇ ਸਾਮਾਜਿਕ, ਇਹਦੇ ਵਿੱਚ ਫਰਕ ਕੀ ਹੈ ਕਿ ਇੱਕ ਜਿਹੜਾ ਆਪਾਂ ਕਹਿ ਲੈਂਦੇ ਹਾਂ ਕਿ ਇੱਕ ਅਕਲਮੰਦ ਵਿਅਕਤੀ ਜਿਸ ਨੂੰ ਸਮਾਜ ਦੇ ਵਿੱਚ ਰਹਿਣਾ ਹੁੰਦਾ ਹੈ, ਕੰਨਾ ਪਾ ਕੇ ਉਸ ਨੂੰ ਸਮਾਜਿਕ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ। ਪਾਠਕ ਉਹ ਸਰਲਤਾ ਨਾਲ ਜਿਹੜਾ ਇਹਦੇ ਵਿੱਚ ਉਹ ਗਿਆਨ, ਵਿਵਹਾਰਕ ਗਿਆਨ ਜਿਹੜਾ ਹੈ ਉਹ ਜਿਵੇਂ ਉਹ ਸਾਹਿਤ ਪੜ੍ਹਦਾ ਹੈ, ਅਸੀਂ ਜਿਵੇਂ ਅੱਜ ਕੱਲ੍ਹ ਕਹਾਣੀਆਂ ਪੜ੍ਹੀਏ, ਨਾਵਲ ਪੜ੍ਹੀਏ, ਤਾਂ ਉਹਦੇ ਵਿੱਚ ਜਿਹੜੇ ਉਹ ਪਾਤਰ ਨੇ ਉਹ ਸਾਨੂੰ ਏਦਾਂ ਲੱਗਦਾ ਹੈ ਕਿ ਉਹ ਅਸੀਂ ਤੁਰੇ ਫਿਰਦੇ ਹਾਂ। ਜਦੋਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚੋਂ ਗੁਜ਼ਰਦੇ ਨੇ, ਘਟਨਾਵਾਂ ਵਿੱਚੋਂ ਗੁਜ਼ਰਦੇ ਨੇ, ਤਾਂ ਸਾਨੂੰ ਵੀ ਉਹਨਾਂ ਦੇ ਉਸ ਵਿਵਹਾਰ ਤੋਂ ਜਿਹੜਾ ਹੈ ਉਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਏਦਾਂ ਕਰਨਾ ਚਾਹੀਦਾ ਹੈ ਜਾਂ ਏਦਾਂ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਆਹ ਵਿਵਹਾਰ ਕਰਦੇ ਹਾਂ ਤੇ ਇਹਦਾ ਸਾਨੂੰ ਇਸ ਤਰ੍ਹਾਂ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਅਸੀਂ ਕਿਸੇ ਸਮੱਸਿਆ ਨੂੰ ਏਦਾਂ ਟੈਕਲ ਕਰਦੇ ਹਾਂ ਤਾਂ ਸਾਨੂੰ ਸਫਲਤਾ ਮਿਲ ਸਕਦੀ ਹੈ। ਸੋ ਸਾਨੂੰ ਇੱਕ ਕਿਸਮ ਦਾ ਜਿਹੜਾ ਹੈ ਦੁਨਿਆਵੀ ਵਿਵਹਾਰਕ ਗਿਆਨ ਜਿਹੜਾ ਹੈ ਉਹ ਸਾਹਿਤ ਨਾਲ ਜੁੜਨ ਦੇ ਨਾਲ ਮਿਲਦਾ ਹੈ। ਦੇਵਤਾ ਆਦਿ ਉਸਤਤੀ ਪਰਕ ਕਾਵ ਰਚਨਾ ਮਨੁੱਖ ਦੇ ਅਨਿਸ਼ਟ ਨੂੰ ਜਿਹੜਾ ਦੂਰ ਕਰਦੀ ਹੈ। ਇੱਥੇ ਧਰਮ ਦਾ ਆ ਗਿਆ, ਧਰਮ ਅਰਥ ਕਾਮ ਮੋਕਸ਼, ਕਿ ਅਸੀਂ ਦੇਵਤਾ ਆਦਿ ਜਦੋਂ ਉਸਤਤੀ ਕਰਦੇ ਹਾਂ ਜਾਂ ਜਿਹੜਾ ਸਾਡਾ ਧਾਰਮਿਕ ਗ੍ਰੰਥ ਹੈ, ਧਾਰਮਿਕ ਜਿਹੜਾ ਸਾਹਿਤ ਹੈ, ਜਦੋਂ ਅਸੀਂ ਉਹਦੇ ਨਾਲ ਜੁੜਦੇ ਹਾਂ, ਪੜ੍ਹਦੇ ਹਾਂ, ਤਾਂ ਸਾਡੇ ਦੁੱਖ ਤੇ ਰੋਗ ਦਾ ਨਾਸ਼ ਹੁੰਦਾ ਹੈ। ਮਹਾਕਵੀ ਬਾਣ ਦੀ ਪਤਨੀ ਦੁਆਰਾ ਸ਼ਾਪ ਦਿੱਤੇ ਜਾਣ ਤੇ ਸੰਸਕ੍ਰਿਤ ਕਵੀ ਮਯੂਰਪਟ ਕੋੜੀ ਹੋ ਗਿਆ ਸੀ, ਉਸਨੂੰ ਕੋੜ ਹੋ ਗਿਆ। ਪਰ ਸੂਰਜ ਦੇਵਤਾ ਦੀ ਉਪਾਸਨਾ ਕੀਤੀ ਉਸਨੇ, ਤਾਂ ਉਹਨਾਂ ਨੇ ਸੂਰਜ ਦੀ ਉਸਤਤੀ ਵਿੱਚ ਸੂਰਯਯਸਤਕ ਨਾਮ ਦੀ ਕਾਵ ਰਚਨਾ ਕੀਤੀ। ਉਹਦੀ ਉਸਤਤੀ ਦੇ ਵਿੱਚ ਸੂਰਯ ਦੀ ਪ੍ਰਸ਼ੰਸਾ ਦੇ ਵਿੱਚ ਜਿਹੜਾ ਹੈ ਇੱਕ ਗ੍ਰੰਥ ਦੀ ਜਿਹੜੀ ਹੈ ਕਿਤਾਬ ਦੀ ਰਚਨਾ ਕੀਤੀ ਅਤੇ ਉਹਨਾਂ ਦੀ ਕੋੜ ਦੀ ਬਿਮਾਰੀ ਖਤਮ ਹੋ ਗਈ। ਇਹ ਹੁਣ ਦੇਖੋ ਕਿ ਕਾਵ ਲਿਖਣ ਨਾਲ ਵੀ ਸਾਡੀਆਂ ਕੀ ਬਿਮਾਰੀਆਂ ਦੂਰ ਹੋ ਸਕਦੀਆਂ ਨੇ। ਇਹਦਾ ਮਤਲਬ ਕਿ ਇਹ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਧਰਮ ਅਰਥ ਕਾਮ ਮੋਕਸ਼ ਦੇ ਉੱਤੇ ਜਿਹੜੀ ਵਾਰ-ਵਾਰ ਚਰਚਾ ਹੁੰਦੀ ਹੈ, ਉਹ ਜਿਹੜੇ ਪ੍ਰਯੋਜਨ ਨੇ ਉਹ ਭਾਰਤੀ ਕਾਵ ਸ਼ਾਸਤਰ ਉਹਨਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ। ਚੰਗੀ ਕਾਵ ਰਚਨਾ ਦੇ ਰਸ ਆਸਵਾਦਨ ਦੁਆਰਾ ਕਵੀ ਸਹਿਰਦਿਆ ਤੇ ਸਮਾਜਿਕ ਨੂੰ ਇੱਕ ਅਨੋਖੇ, ਜਿਹੜਾ ਕਿ ਪਹਿਲਾਂ ਕਦੇ ਨਹੀਂ ਦੇਖਿਆ, ਪਹਿਲਾਂ ਕਦੇ ਨਹੀਂ ਚੱਖਿਆ, ਜਾਣਿਆ ਨਹੀਂ ਪਹਿਲਾਂ ਕਦੇ, ਅਲੌਕਿਕ ਆਨੰਦ ਦੀ ਅਨੁਭੂਤੀ ਹੁੰਦੀ ਹੈ। ਅਨੁਭੂਤੀ ਮੀਨਸ ਅਨੁਭਵ ਹੁੰਦਾ ਹੈ, ਉਸਨੂੰ ਮਜ਼ਾ ਆਉਂਦਾ ਹੈ ਉਹ ਪੜ੍ਹ ਕੇ, ਸੁਣ ਕੇ, ਲਿਖ ਕੇ। ਇਸ ਲਈ ਮਨੁੱਖ ਜਿਹਨੂੰ ਇੱਕ ਵਾਰ ਆਨੰਦ ਜਾਂ ਜਿਹੜਾ ਹੈ ਸੁੱਖ ਮਿਲ ਜਾਂਦਾ, ਉਹ ਸੁੱਖ, ਉਹ ਆਨੰਦ ਉਹ ਵਾਰ-ਵਾਰ ਭੋਗਣਾ ਚਾਹੁੰਦਾ ਹੈ। ਇਸ ਲਈ ਲੇਖਕ ਇੱਕ ਰਚਨਾ ਨਹੀਂ ਕਰਦਾ, ਇੱਕ ਰਚਨਾ ਦੇ ਵਿੱਚ ਉਸਨੂੰ ਆਨੰਦ ਮਿਲਿਆ, ਉਹ ਦੁਬਾਰਾ ਰਚਨਾ ਕਰਨਾ ਚਾਹੁੰਦਾ ਹੈ, ਫਿਰ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ। ਤਾਂ ਇੱਕ ਉਹਦੀ ਅਵਸਥਾ ਹੀ ਆਨੰਦ ਵਾਲੀ ਜਿਹੜੀ ਹੋ ਜਾਂਦੀ ਹੈ, ਜਿਹਦੇ ਵਿੱਚ ਉਹ ਹਮੇਸ਼ਾ ਰਹਿਣਾ ਚਾਹੁੰਦਾ ਹੈ। ਔਰ ਜੇਕਰ ਕੋਈ ਮਨੁੱਖ ਕਾਵ ਨਾਲ, ਸਾਹਿਤ ਨਾਲ ਇਸ ਤਰ੍ਹਾਂ ਜੁੜਦਾ ਹੈ, ਇਹੀ ਮਕਸਦ ਹੈ ਉਸਦਾ, ਇਹੀ ਭਾਵ ਹੈ ਕਿ ਉਸਨੂੰ ਆਨੰਦ ਜਿਹੜਾ ਹੈ ਉਹ ਮਿਲਦਾ ਹੈ। ਇਸ ਦੀ ਅਨੁਭੂਤੀ ਵੇਲੇ ਜਦੋਂ ਇਹ ਅਨੁਭਵ ਹੁੰਦਾ ਹੈ, ਸੱਚਮੁੱਚ ਭੌਤਿਕ ਸਾਰਿਆਂ ਪਦਾਰਥਾਂ ਤੇ ਵਿਸ਼ਿਆਂ ਦਾ ਗਿਆਨ ਛੂ ਮੰਤਰ ਹੋ ਜਾਂਦਾ ਹੈ। ਹੋਰ ਸਾਰੀਆਂ ਚੀਜ਼ਾਂ ਮਨਫੀ ਹੋ ਜਾਂਦੀਆਂ ਨੇ, ਸਿਰਫ ਜਿਹੜਾ ਹੈ ਉਹ ਆਨੰਦ ਹੀ ਬਾਕੀ ਬਚਦਾ ਹੈ। ਆਚਾਰਿਆ ਮੰਮਟ ਇਸੇ ਨੂੰ ਆਨੰਦਾ ਅਨੁਭੂਤੀ ਕਹਿੰਦੇ ਨੇ।
इसनों भी उसने जिहड़ा है अपना सब तो प्रमुख प्रयोजन मन्निया कि मनुख नूं सुख ते आनंद जिहड़ा है वो मिलदा है। भावें वो मनुख जिहड़ा है किसी भी रूप दे विच जुड़े, कवि दे रूप दे विच जुड़े, सरोते दे रूप दे विच जुड़े जां पाठक दे रूप दे विच जुड़े। ਤਾਂ ਇਹ ਜਿਹੜੇ ਨੇ डिस्कशन ਮੰਮਟ ਦੀ ਆ ਰਹੀ ਹੈ। ਮੰਮਟ ਨੂੰ ਜ਼ਿਆਦਾ ਅਸੀਂ ਨੇ ਇਹਦੇ ਵਿੱਚ ਜਿਹੜਾ ਹੈ ਕੋਟ ਕਰਿਆ। ਕਾਵ ਦੇ ਵਿੱਚ ਅੰਕਿਤ ਵਰਣਿਤ ਉਪਦੇਸ਼ ਅਤੇ ਵਿਚਾਰ ਕਰਦੇ ਮੰਮਟ ਨੇ ਉਪਦੇਸ਼ ਦੇ ਪ੍ਰਭੂ ਸਮਿਤ, ਸੁਹਿਤਰ ਸਮਿਤ, ਕਾਂਤਾ ਸਮਿਤ ਤਿੰਨ ਭੇਦ ਮੰਨੇ ਨੇ। ਸ਼ਬਦ ਪ੍ਰਧਾਨ ਵੇਦ ਆ ਸ਼ਾਸਤਰਾਂ ਤੋਂ ਵੀ ਮਨੁੱਖ ਨੂੰ ਉਪਦੇਸ਼ ਮਿਲਦੇ ਨੇ। ਅਲੱਗ-ਅਲੱਗ ਜਿਹੜੇ ਨੇ ਉਹਨਾਂ ਨੇ ਉਪਦੇਸ਼ ਤਰ੍ਹਾਂ ਦੇ ਮਿਲਦੇ ਨੇ। ਤਾਂ ਕਿਸ ਕਿਸਮ ਦੇ ਜਿਹੜੇ ਨੇ ਉਹ ਮਿਲਦੇ ਨੇ। ਪ੍ਰਭੂ ਨਾਲ ਸੰਬੰਧਿਤ ਹੋ ਗਏ, ਠੀਕ ਹੈ, ਆਲੇ ਦੁਆਲੇ ਨਾਲ ਸੰਬੰਧਿਤ ਹੋ ਗਏ, ਕੋਮਲ ਭਾਵਾਂ ਨਾਲ ਸੰਬੰਧਿਤ ਹੋ ਗਏ। ਤੇ ਇਹ ਸਾਰੀਆਂ ਜਿਹੜੀਆਂ ਨੇ ਡਿਸਕਸ਼ਨ ਜਿਹੜੀਆਂ ਨੇ ਉਹ ਮੰਮਟ ਕਰਦਾ ਹੈ। एक मिनट बेटे, ठीक है जी। ये डिस्कशन करन तो बाद असी मंमट दी जड़ी है वो गल नाल खत्म करांगे कि चाहे भारतीय काव्य शास्त्र दे अनेक आचार्य ने काव्य दे प्रयोजनां बारे अपने अपने दृष्टिकोण दिते ने, विवेचन किते ने, परंतु मंमट दा काव्य प्रयोजन संबंधी विवेचन जिहड़ा है अति ढुकवां है, अति विग्यानक है, व्यवहारक है, समझ विच आउण वाला है ते ग्रहण करन योग जापदा है। सार रूप दे विच जिहड़ी है आचार्य भरत तो लैके जगन्नाथ तक काव्य दे प्रयोजन संबंधी वख-वख विचारां दा अवलोकन जिहड़ा है वो कीता गया ते ਇਹਦੇ आधार ਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਾਚੀਨ ਭਾਰਤੀ ਸਮੀਖਿਆਕਾਰਾਂ ਨੇ ਕਾਵਿ ਨੂੰ ਪੂਰਨ ਤੌਰ ਤੇ ਜਿਹੜਾ ਹੈ ਉਹ ਸੌਦੇਸ਼ ਯਾਨੀ ਕਿ ਕਿਸੇ ਨਾ ਕਿਸੇ ਸੰਦੇਸ਼ ਦੇਣ ਵਾਲਾ, ਉਦੇਸ਼ ਦੇਣ ਵਾਲਾ, ਕਿਸੇ ਨਾ ਕਿਸੇ ਪ੍ਰਯੋਜਨ ਵਾਲਾ, ਮੰਤਵ ਵਾਲਾ ਮੰਨਿਆ ਹੈ। संस्कृत काव्य शास्त्र दे जां दूजे शास्त्रीय ग्रंथां दी परंपरा रही है कि ਉਹ ग्रंथ ਦੇ ਸ਼ੁਰੂ ਵਿੱਚ ਉਸ ग्रंथ ਦੇ ਲਿਖਣ ਅਤੇ ਪੜ੍ਹਨ ਦੇ ਕੀ ਲਾਭ ਹਨ ਇਹ ਲਿਖਿਆ ਜਾਂਦਾ ਸੀ ਪਹਿਲਾਂ ਕਿ ਇਹ ਜੇਕਰ ਕੋਈ ਇਹ ਪੜ੍ਹੇਗਾ ਤਾਂ ਉਸ ਨੂੰ ਇਸ ਪ੍ਰਯੋਜਨ ਦੀ ਜਾਂ ਇਸ ਮੰਤਵ ਦੀ ਪੂਰਤੀ ਹੋਏਗੀ। ਜੇਕਰ ਅਸੀਂ ਇਹਨੂੰ ਬਹੁਤ ਸਾਰੇ ਅੱਜ ਕੱਲ ਵੀ ਇਦਾਂ ਦੇ ਸਾਡੇ ਵਿਸ਼ਵਾਸ ਹੁੰਦੇ ਨੇ ਕਿ ਜੇਕਰ ਇਹ ਪੜ੍ਹਿਆ ਜਾਵੇ ਤਾਂ ਸਾਨੂੰ ਇਹਦੇ ਵਿੱਚੋਂ ਇਹ ਮਿਲੇਗਾ ਜਾਂ ਸੁੱਖ ਦੀ ਪ੍ਰਾਪਤੀ ਹੋਏਗੀ ਜਾਂ ਸੰਕਟ ਟਲੇਗਾ। ਇਸ ਕਿਸਮ ਦੇ ਜਿਹੜੇ ਨੇ ਸਾਡੇ ਪ੍ਰਯੋਜਨ ਜਿਹੜੇ ਨੇ ਉਹ ਰਹਿੰਦੇ ਨੇ। सो प्रयोजन शब्द ही इस तत्थ नूं प्रगटाउंदा है कि काव्य भी बिना किसी प्रयोजन दे नहीं हो सकता। सो अध्यात्मक विचारां वाले भारत देश विच तां इहदा महत्व होर भी ज़्यादा वध जांदा है। इसलिए इत्थे काव्य नूं सिर्फ आनंद जां अनुभूति का साधन ना मन के चतुर्वर्ग की प्राप्ति यानी कि धर्म, अर्थ, काम, मोक्ष की प्राप्ति का साधन मन्निया गया, जिसकी परिणति सब दा हित होवे, सब नूं सुख मिले। यही उसका जिहड़ा है वो भाव है। इहदा मतलब की है कि असीं ने जिहड़े काव्य दे प्रयोजन करे ने उहदे विच अल्टीमेटली यही है सारी डिस्कशन, इंट्रोडक्शन, डिस्कशन, फिर मंमट की गल दी जिहड़ी है उहदी संखेपता लिआउंदे होए असीं इह गल इत्थे स्थापित कीती है कि चतुर्वर्ग की प्राप्ति जिहड़ी है वो करना ते करवाउणा काव्य दा प्रयोजन है। थैंक्स अ लॉट।